प्यारे विद्यार्थियों, यूनिट पहला ਦਾ दूसरा ਤੁਹਾਡਾ टॉपिक है आदि काल ਵਿੱਚ ਰਚੀਆਂ ਗਈਆਂ ਲੋਕ ਵਾਰਾਂ। ਸਾਹਿਤ ਕਿਸੇ ਦੇਸ਼ ਜਾਂ ਜਾਤੀ ਦੇ ਲੋਕਾਂ ਦੀਆਂ ਇੱਛਾਵਾਂ, ਆਸ਼ਾਵਾਂ ਅਤੇ ਆਕਾਂਖਿਆਵਾਂ ਦੀ ਅਭਿਵਿਅਕਤੀ ਹੁੰਦਾ ਹੈ। ਇਸ ਲਈ ਸਾਹਿਤ ਨੂੰ ਸਮਾਜ ਦਾ ਦਰਪਣ ਵੀ ਕਿਹਾ ਜਾਂਦਾ ਹੈ। ਆਦਿਕਾਲੀਨ ਪੰਜਾਬੀ ਸਾਹਿਤ ਦੇ ਕੋਈ ਪ੍ਰਮਾਣਿਕ ਸਬੂਤ ਮੌਜੂਦ ਨਹੀਂ ਹਨ, ਕਿਉਂਕਿ ਇਸ ਕਾਲ ਵਿੱਚ ਪੜ੍ਹੇ ਲਿਖੇ ਲੋਕ ਬਹੁਤ ਘੱਟ ਸਨ। ਜੋ ਥੋੜ੍ਹੇ ਬਹੁਤੇ ਸਨ ਉਹ ਰਾਜ ਦਰਬਾਰ ਵਿੱਚ ਨਿਯੁਕਤ ਹੋ ਜਾਂਦੇ ਸਨ। ਇਹ ਲੋਕ ਜਾਂ ਤਾਂ ਰਾਜਿਆਂ ਨੂੰ ਖੁਸ਼ ਕਰਨ ਵਾਸਤੇ ਸਾਹਿਤ ਰਚਨਾ ਕਰਦੇ ਹੋਣਗੇ ਜਾਂ ਫਿਰ ਧਾਰਮਿਕ ਅਨੁਸ਼ਠਾਨਾਂ ਦੀ ਪੂਰਤੀ ਲਈ ਮੰਤਰ ਉਚਾਰਨ ਕਰਦੇ ਸਨ। ਰਾਜਿਆਂ ਰਜਵਾੜਿਆਂ ਨੂੰ ਖੁਸ਼ ਕਰਨ ਵਾਸਤੇ ਇੱਕ ਢਾਡੀਆਂ ਦੀ ਸ਼੍ਰੇਣੀ ਵੀ ਹੁੰਦੀ ਸੀ, ਜਿਹੜੀ ਇਹਨਾਂ ਦੀ ਬਹਾਦਰੀ ਜਾਂ ਕਾਰਨਾਮਿਆਂ ਨੂੰ ਵਾਰਾਂ ਦੇ ਮਾਧਿਅਮ ਦੁਆਰਾ ਬਿਆਨ ਕਰਦੀ ਸੀ। ਇਸ ਤਰ੍ਹਾਂ ਇਹਨਾਂ ਦਾ ਪੰਜਾਬੀ ਸਾਹਿਤ ਦੇ ਨਿਕਾਸ ਵਿੱਚ ਵੱਡਾ ਯੋਗਦਾਨ ਰਿਹਾ ਹੈ। ਆਦਿ ਕਾਲ ਵਿੱਚ 6 ਵਾਰਾਂ ਬਹੁਤ ਪ੍ਰਸਿੱਧ ਰਹੀਆਂ ਅਤੇ ਬਾਅਦ ਵਿੱਚ ਸਿੱਖ ਗੁਰੂ ਸਾਹਿਬਾਨ ਨੇ ਇਹਨਾਂ ਦੀਆਂ ਧੁਨੀਆਂ ਉੱਪਰ ਆਧਾਰਿਤ ਅਧਿਆਤਮਕ ਵਾਰਾਂ ਦੀ ਰਚਨਾ ਕੀਤੀ। ਸਭ ਤੋਂ ਪਹਿਲੀ ਜਿਹੜੀ ਵਾਰ ਹੈ ਉਹ ਹੈ ਰਾਏ ਕਮਾਲ ਮੌਜ ਦੀ ਵਾਰ। ਇਸ ਕਥਾ ਵਿੱਚ ਰਾਏ ਕਮਾਲ ਅਤੇ ਉਸਦੇ ਭਤੀਜੇ ਮੌਜ ਵਿਚਕਾਰ ਹੋਈ ਲੜਾਈ ਦਾ ਵਰਣਨ ਹੈ। ਲੜਾਈ ਦਾ ਕਾਰਨ ਜਾਇਦਾਦ ਦੀ ਵੰਡ ਹੈ। ਕਮਾਲ ਭਤੀਜੇ ਦੀ ਜਾਇਦਾਦ 'ਤੇ ਕਬਜ਼ਾ ਕਰ ਲੈਂਦਾ ਹੈ। ਇਸ ਲੜਾਈ ਵਿੱਚ ਕਮਾਲ ਮਾਰਿਆ ਜਾਂਦਾ ਹੈ। ਇਹ ਵਾਰ ਪੌੜੀਆਂ ਵਿੱਚ ਹੈ। ਉਦਾਹਰਨ ਵੇਖ ਸਕਦੇ ਹਾਂ। ਰਾਣਾ ਰਾਏ ਕਮਾਲ ਦੀ ਰਣ ਭਾਰਾ ਬਾਹੀਂ, ਮੌਜ ਦੀ ਤਲਵੰਡੀਓਂ ਚੜਿਆ ਸਾ ਬਾਹੀਂ, ਢਾਲੀ ਅੰਬਰ ਛਾਇਆ ਫੁੱਲੇ ਅੱਕ ਕਾਹੀਂ, ਜੂਝੇ ਆਮੋ ਸਾਹਮਣੇ ਨੇਜ਼ੇ ਚਲਕਾਹੀਂ। ਰਾਏ ਕਮਾਲ ਜਿਹੜਾ ਹੈ ਉਹ ਰਣ ਦੇ ਵਿੱਚ ਆਇਆ ਭਾਰਾ ਬਾਹੀਂ, ਬਹੁਤ ਸਾਰਾ ਸਾਜੋ ਸਮਾਨ ਆਪਣੇ ਨਾਲ ਲੈ ਕੇ ਲੜਾਈ ਦੇ ਮੈਦਾਨ ਵਿੱਚ ਆਇਆ। ਮੌਜ ਦੀ ਤਲਵੰਡੀਓਂ ਚੜਿਆ ਸਾ ਬਾਹੀਂ, ਮੌਜ ਜਿਹੜਾ ਹੈ ਉਹ ਵੀ ਸਾਰਾ ਆਪਣਾ ਸਾਜੋ ਸਮਾਨ ਲੈ ਕੇ ਤਲਵੰਡੀ ਤੋਂ ਆਣ ਚੜਿਆ। ਢਾਲੀ ਅੰਬਰ ਛਾਇਆ, ਯੁੱਧ ਦੇ ਮੈਦਾਨ ਦੇ ਵਿੱਚ ਇੰਨੀਆਂ ਢਾਲਾਂ ਸਨ। ਢਾਲ ਕਹਿੰਦੇ ਨੇ ਤਲਵਾਰ ਦਾ ਵਾਰ ਰੋਕਣ ਵਾਲੀ ਇੱਕ ਹਥਿਆਰ ਹੁੰਦਾ ਹੈ, ਉਸ ਨੂੰ ਢਾਲ ਕਿਹਾ ਜਾਂਦਾ ਹੈ। ਰਣ ਦੇ ਮੈਦਾਨ ਦੇ ਵਿੱਚ ਇੰਨੀਆਂ ਢਾਲਾਂ ਸਨ ਕਿ ਸਾਰੇ ਅੰਬਰ 'ਤੇ ਛਾ ਗਈਆਂ। ਉੱਥੇ ਜਿੰਨੇ ਵੀ ਫੁੱਲ, ਅੱਕ, ਘਾਹ ਸਨ, ਸਾਰਿਆਂ ਨੂੰ ਢਾਲਾਂ ਨੇ ਢੱਕ ਲਿਆ। ਜੂਝੇ ਆਮੋ ਸਾਹਮਣੇ ਨੇਜੇ ਚਲਕਾਹੀਂ, ਦੋਹਾਂ ਪਾਸਿਓਂ ਨੇਜਾ ਵਰਸ਼ਾ, ਦੋਹਾਂ ਪਾਸਿਓਂ ਵਰਸ਼ੇ ਝਲਕਾ ਮਾਰ ਰਹੇ ਸਨ, ਲਿਸ਼ਕ ਰਹੇ ਸਨ ਅਤੇ ਦੋਵੇਂ ਸੂਰਮੇ ਆਮੋ ਸਾਹਮਣੇ ਹੋ ਕੇ ਇੱਕ ਦੂਜੇ ਨਾਲ ਲੜੇ। ਇਸ ਤੋਂ ਬਾਅਦ ਅਗਲੀ ਜਿਹੜੀ ਵਾਰ ਹੈ ਉਹ ਹੈ ਟੁੰਡੇ ਅਸਰਾਜੇ ਦੀ ਵਾਰ। ਅਸਰਾਜ ਸਾਰੰਗ ਦਾ ਪੁੱਤਰ ਸੀ। ਸਾਰਜ ਬੁੱਢੇ ਬਾਰੇ ਦੂਜਾ ਵਿਆਹ ਕਰ ਲੈਂਦਾ ਹੈ। ਮਤਰੇਈ ਮਾਂ ਅਸਰਾਜ ਨਾਲ ਸੰਬੰਧ ਬਣਾਉਣਾ ਚਾਹੁੰਦੀ ਹੈ, ਪਰ ਅਸਰਾਜ ਉਸ ਨੂੰ ਰੋਕਦਾ ਹੈ। ਗੁੱਸੇ ਵਿੱਚ ਆ ਕੇ ਉਸ ਉੱਤੇ ਝੂਠਾ ਇਲਜ਼ਾਮ ਲਾ ਦਿੰਦੀ ਹੈ। ਸਾਰੰਗ ਜਲਾਦਾਂ ਨੂੰ ਅਸਰਾਜ ਨੂੰ ਮਾਰਨ ਦਾ ਹੁਕਮ ਦਿੰਦਾ ਹੈ, ਪਰ ਜਲਾਦ ਉਸ ਨੂੰ ਮਾਰਨ ਦੀ ਬਜਾਏ ਉਸ ਦੇ ਹੱਥ ਵੱਢ ਕੇ ਛੱਡ ਦਿੰਦੇ ਹਨ। ਸੌਦਾਗਰ ਉਹਨੂੰ ਨਾਲ ਲੈ ਜਾਂਦੇ ਹਨ। ਕਿਸਮਤ ਨਾਲ ਉਹ ਗਵਾਂਢੀ ਰਾਜ ਦਾ ਰਾਜਾ ਬਣਦਾ ਹੈ। ਜਦੋਂ ਪਿਤਾ ਨੂੰ ਸਾਰੀ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਪਛਤਾਉਂਦਾ ਹੈ। ਉਹ ਉਸ ਨੂੰ ਚਿੱਠੀ ਲਿਖ ਕੇ ਬੁਲਾਉਂਦਾ ਹੈ, ਪਰ ਮਤਰੇਈ ਮਾਂ ਫੌਜ ਨੂੰ ਭੇਜਦੀ ਹੈ। ਇਸ ਲੜਾਈ ਵਿੱਚ ਜਿੱਤ ਅਸਰਾਜ ਦੀ ਹੁੰਦੀ ਹੈ। ਉਦਾਹਰਨ ਵੇਖ ਸਕਦੇ ਹਾਂ। ਭਬਕਿਓ ਸ਼ੇਰ ਸਲਦੂਰ ਰਾਏ ਰਣ ਮਾਰੂ ਵੱਜੇ, ਖਾਨ ਸੁਲਤਾਨ ਵੱਡ ਸੂਰਮੇ ਵਿੱਚ ਰਣ ਦੇ ਗੱਜੇ, ਖਤ ਲਿਖੇ ਟੁੰਡੇ ਅਸਰਾਜ ਨੂੰ ਪਾਤਸ਼ਾਹੀ ਅੱਜੇ। ਲੜਾਈ ਦੇ ਮੈਦਾਨ ਦੇ ਵਿੱਚ ਮਾਰੂ ਰਾਗ ਵੱਜਿਆ, ਸ਼ੇਰ ਗੱਜੇ, ਖਾਨ ਸੁਲਤਾਨ ਵੱਡ ਸੂਰਮੇ, ਖਾਨ ਤੇ ਸੁਲਤਾਨ ਵੱਡੇ ਸੂਰਮੇ ਲੜਾਈ ਦੇ ਮੈਦਾਨ ਵਿੱਚ ਆ ਕੇ ਗੱਜੇ, ਖਤ ਲਿਖੇ ਟੁੰਡੇ ਅਸਰਾਜ ਨੂੰ ਪਾਤਸ਼ਾਹੀ ਜੱਜੇ। ਸਾਰੰਗ ਨੇ ਜੋ ਰਾਜਾ ਸੀ ਉਸਨੇ ਆਪਣੇ ਬੇਟੇ ਅਸਰਾਜ ਨੂੰ ਟੁੰਡਾ ਉਸ ਨੂੰ ਇਸ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਉਹਦੇ ਹੱਥ ਵੱਢ ਦਿੱਤੇ ਸਨ ਜਲਾਦਾਂ ਨੇ। ਆਪਣੇ ਪੁੱਤਰ ਅਸਰਾਜ ਨੂੰ ਖਤ ਲਿਖਿਆ, ਪਰ ਮਤਰੇਈ ਮਾਂ ਨੇ ਫੌਜ ਭੇਜ ਕੇ ਉਸ ਨਾਲ ਲੜਾਈ ਕਰਵਾ ਦਿੱਤੀ, ਜਿਹਦੇ ਵਿੱਚ ਅਸਰਾਜ ਦੀ ਜਿੱਤ ਹੋਈ। ਇਸ ਤੋਂ ਅਗਲੀ ਜਿਹੜੀ ਵਾਰ ਹੈ ਉਹ ਹੈ ਸਿਕੰਦਰ ਇਬਰਾਹਿਮ ਦੀ ਵਾਰ। ਰਾਜਾ ਸਿਕੰਦਰ ਇੱਕ ਬ੍ਰਾਹਮਣ ਇਸਤਰੀ ਉੱਪਰ ਮੋਹਿਤ ਹੋ ਜਾਂਦਾ ਹੈ, ਪਰ ਰਾਜੇ ਦਾ ਇੱਕ ਸਰਦਾਰ ਉਸ ਇਸਤਰੀ ਦੀ ਇੱਜ਼ਤ ਬਚਾਉਣ ਲਈ ਰਾਜੇ ਨਾਲ ਯੁੱਧ ਕਰਦਾ ਹੈ। ਸਿਕੰਦਰ ਕਹੇ ਇਬਰਾਹਿਮ ਨੂੰ ਇੱਕ ਗੱਲ ਹੈ ਭਾਈ, ਤੇਰੀ ਸਾਡੀ ਰਣ ਵਿਖੇ ਅੱਜ ਪਈ ਲੜਾਈ, ਤੂੰ ਨਾਹੀਂ ਕਿ ਮੈਂ ਨਾਹੀਂ ਇੱਕ ਹੁੰਦੀ ਆਈ, ਲੜੀਏ ਆਮੋ ਸਾਹਮਣੇ ਜੋ ਕਰੇ ਸੋ ਸਾਈਂ। ਸਿਕੰਦਰ ਨੂੰ ਉਸ ਦਾ ਸਰਦਾਰ ਕਹਿੰਦਾ ਹੈ ਕਿ ਮੈਂ ਤੈਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ, ਤੇਰੀ ਸਾਡੀ ਰਣ ਵਿਖੇ ਅੱਜ ਪਈ ਲੜਾਈ, ਤੇਰੀ ਤੇ ਮੇਰੀ ਅੱਜ ਯੁੱਧ ਦੇ ਮੈਦਾਨ ਦੇ ਵਿੱਚ ਲੜਾਈ ਹੋਏਗੀ। ਅੱਜ ਜਾਂ ਤੂੰ ਨਹੀਂ ਤੇ ਜਾਂ ਮੈਂ ਨਹੀਂ, ਦੋਹਾਂ 'ਚੋਂ ਕੋਈ ਨਾ ਕੋਈ ਮਰੇਗਾ।
ਲੜੀਏ ਆਮੋ ਸਾਹਮਣੇ ਜੋ ਕਰੇ ਸੋ ਸਾਈਂ। ਤੇ ਆਪਾਂ ਇੱਕ ਦੂਜੇ ਨਾਲ ਆਮਣੇ ਸਾਹਮਣੇ ਹੋ ਕੇ ਲੜਾਈ ਕਰੀਏ, ਬਾਕੀ ਜੋ ਪਰਮਾਤਮਾ ਕਰੇਗਾ ਵੇਖੀ ਜਾਏਗੀ। ਉਸ ਤੋਂ ਬਾਅਦ ਅਗਲੀ ਵਾਰ ਹੈ ਲੱਲਾ ਬਹਿਲੀਮਾ ਦੀ ਵਾਰ। ਲੱਲਾ ਤੇ ਬਹਿਲੀਮਾ ਦੋ ਗਵਾਂਢੀ ਰਾਜੇ ਸਨ। ਇੱਕ ਵਾਰ ਸੋਕਾ ਪੈਣ ਕਰਕੇ ਲੱਲਾ ਨੇ ਬਹਿਲੀਮਾ ਤੋਂ ਪਾਣੀ ਮੰਗਿਆ ਅਤੇ ਫੈਸਲੇ ਅਨੁਸਾਰ ਬਹਿਲੀਮਾ ਨੇ ਫਸਲ ਵੇਲੇ ਹਿੱਸਾ ਮੰਗਿਆ, ਜੋ ਲੱਲਾ ਨੇ ਇਨਕਾਰ ਕਰ ਦਿੱਤਾ, ਜਿਸ ਕਾਰਨ ਦੋਹਾਂ ਵਿੱਚ ਯੁੱਧ ਹੋਇਆ, ਜਿਸ ਵਿੱਚ ਬਹਿਲੀਮਾ ਦੀ ਜਿੱਤ ਹੋਈ। ਉਦਾਹਰਨ ਵੇਖ ਸਕਦੇ ਹਾਂ। ਕਾਲ ਲੱਲਾ ਦੇ ਦੇਸ਼ ਦਾ ਖੋਆ ਬਹਿਲੀਮਾ, ਹਿੱਸਾ ਛਟਾ ਮਨਾਏ ਕੇ ਜਲ ਨਹਿਰੋਂ ਦੀਮਾ। ਜਦੋਂ ਲੱਲਾ ਦੇ ਦੇਸ਼ ਦੇ ਵਿੱਚ ਕਾਲ ਪੈ ਗਿਆ, ਸੋਕਾ ਪੈ ਗਿਆ, ਤੇ ਉਹਨੇ ਬਹਿਲੀਮਾ ਤੋਂ ਮਦਦ ਮੰਗੀ, ਤੇ ਬਹਿਲੀਮਾ ਨੇ 6ਵਾਂ ਹਿੱਸਾ ਉਹਦੇ ਨਾਲ ਮੁਕਾ ਕੇ ਕਿ ਜਦੋਂ ਫਸਲ ਹੋਏਗੀ ਉਹਦਾ 6ਵਾਂ ਹਿੱਸਾ ਤੂੰ ਮੈਨੂੰ ਦੇਂਗਾ, ਤੇ ਉਹਨੇ ਨਹਿਰ ਦਾ ਪਾਣੀ ਉਸ ਨੂੰ ਦਿੱਤਾ, ਉਹਦੀ ਮਦਦ ਕੀਤੀ। ਫਿਰਾਉਨ ਹੋਏ ਲੱਲਾ ਨੇ ਰਣ ਮੰਡਿਆ ਧੀਮਾ। ਪਰ ਲੱਲਾ ਜਿਹੜਾ ਹੈ, ਫਿਰਾਉਨ ਮਤਲਬ ਮੁੱਕਰ ਗਿਆ, ਆਪਣੀ ਗੱਲ ਤੋਂ ਮੁੱਕਰ ਗਿਆ ਤੇ ਲੜਾਈ ਕਰਨ ਲਈ ਤਿਆਰ ਹੋ ਗਿਆ। ਭੇੜ ਦੋਹਾਂ ਵਿੱਚ ਬੱਚਿਆ ਸੱਟ ਪਈ ਅਜ਼ੀਮਾ, ਤੇ ਦੋਹਾਂ ਵਿੱਚ ਇੰਨਾ ਘੋਰ ਯੁੱਧ ਹੋਇਆ ਜਿਹਦੀ ਦੂਰ ਦੂਰ ਤੱਕ ਗੂੰਜ ਸੁਣਾਈ ਦਿੱਤੀ। ਇਸ ਤੋਂ ਬਾਅਦ ਅਗਲੀ ਵਾਰ ਹੈ ਹਸਨੇ ਮਹਿਮੇ ਦੀ ਵਾਰ। ਇਸ ਵਾਰ ਵਿੱਚ ਲੜਾਈ ਦਾ ਕਾਰਨ ਦੋ ਰਾਜਪੂਤ ਸਰਦਾਰਾਂ ਦੀ ਆਪਸੀ ਈਰਖਾ ਹੈ। ਮਹਿਮੇ ਨੇ ਹਸਨੇ ਨੂੰ ਕੈਦ ਕਰ ਲਿਆ, ਪਰ ਉਹ ਰਾਤੀ ਚੋਰੀ ਬਚ ਨਿਕਲਿਆ ਅਤੇ ਫੌਜ ਲੈ ਕੇ ਮੁੜ ਮਹਿਮੇ ਨਾਲ ਲੜਨ ਆਇਆ ਤੇ ਬਹਾਦਰੀ ਨਾਲ ਲੜਦਾ ਮਾਰਿਆ ਗਿਆ। ਉਦਾਹਰਨ ਦੇਖ ਸਕਦੇ ਹਾਂ। ਮਹਿਮਾ ਹਸਨਾ ਰਾਜਪੂਤ, ਰਾਏ ਭਾਰੇ ਪੱਟੀ, ਹਸਨੇ ਬੇਈਮਾਨਗੀ ਨਾਲ ਮਹਿਮੇ ਵੱਟੀ। ਮਹਿਮਾ ਤੇ ਹਸਨਾ ਦੋ ਰਾਜਪੂਤ ਸਰਦਾਰ ਸਨ, ਪੱਟੀ ਸਰਦਾਰ ਸਨ। ਹਸਨੇ ਬੇਈਮਾਨਗੀ, ਹਸਨੇ ਨੇ ਬੇਈਮਾਨੀ ਨਾਲ ਮਹਿਮੇ ਵੱਟੀ, ਮਹਿਮੇ ਨੂੰ ਕੈਦ ਕਰ ਲਿਆ ਤੇ ਮਹਿਮਾ ਜਿਹੜਾ ਹੈ ਉੱਥੋਂ ਚੋਰੀ ਬਚ ਨਿਕਲਿਆ। ਭੇੜ ਦੋਹਾਂ ਦਾ ਮੱਚਿਆ ਸਿਰ ਵੱਗੇ ਫੱਟੀ। ਦੋਹਾਂ ਵਿੱਚ ਘੋਰ ਯੁੱਧ ਹੋਇਆ, ਸਿਰਾਂ ਵਿੱਚ ਫੱਟ ਵੱਜੇ, ਜ਼ਖਮ ਹੋਏ, ਮਹਿਮੇ ਪਾਈ ਫਤਿਹ, ਰਣਗਲ ਹਸਨੇ ਘੱਟੀ। ਇਹਦੇ ਵਿੱਚ ਮਹਿਮੇ ਨੂੰ ਜਿੱਤ ਪ੍ਰਾਪਤ ਹੋਈ ਤੇ ਹਸਨੇ ਦੀ ਲੜਾਈ ਦੇ ਮੈਦਾਨ ਦੇ ਵਿੱਚ ਹਾਰ ਹੋਈ। ਇਸ ਤੋਂ ਬਾਅਦ ਅਗਲੀ ਜਿਹੜੀ ਵਾਰ ਹੈ ਉਹ ਹੈ ਮੂਸੇ ਦੀ ਵਾਰ। ਮੂਸੇ ਦੀ ਮੰਗੇਤਰ ਨੂੰ ਜਦੋਂ ਉਸਦੇ ਮਾਂ-ਪਿਓ ਕਿਸੇ ਹੋਰ ਨਾਲ ਵਿਆਹ ਦਿੰਦੇ ਹਨ ਤਾਂ ਉਹ ਮੰਗੇਤਰ ਦੀ ਪ੍ਰਾਪਤੀ ਵਾਸਤੇ ਯੁੱਧ ਕਰਦਾ ਹੈ। ਚੜ੍ਹਿਆ ਮੂਸਾ ਪਾਤਸ਼ਾਹ ਸਭ ਜੱਗ ਪਰਖੇ, 360 ਮਰਾਤਬਾ ਇੱਕ ਘੁਰੀਆ ਡੱਗੈ, ਇਹੀ ਕੀਤੀ ਮੂਸਿਆ ਕਿਸ ਕਰੀ ਨਾ ਅੱਗੇ। ਮੂਸਾ ਜਿਹੜਾ ਹੈ ਉਹ ਲੜਾਈ ਕਰਨ ਲਈ ਚੜ੍ਹ ਆਇਆ। ਇਹ ਸਾਰੀ ਦੁਨੀਆ ਨੇ ਵੇਖਿਆ। 360 ਮਰਾਤਬਾ ਇੱਕ ਘੁਰੀਆ ਡੱਗਿਆ। ਆਪਣੇ ਨਾਲ 360 ਫੌਜਾਂ ਦੀਆਂ ਟੁਕੜੀਆਂ ਤੇ ਬਹੁਤ ਸਾਰੇ ਸਾਜੋ ਸਮਾਨ ਨਾਲ ਉਸਨੇ ਹਮਲਾ ਕੀਤਾ। ਇਹੀ ਕੀਤੀ ਮੂਸਿਆ ਕਿਸ ਕਰੀ ਨਾ ਅੱਗੇ। ਉਸਨੇ ਇਸ ਤਰ੍ਹਾਂ ਦੀ ਲੜਾਈ ਕੀਤੀ ਜਿਸ ਤਰ੍ਹਾਂ ਦੀ ਇਸ ਤੋਂ ਪਹਿਲਾਂ ਹੋਰ ਕਿਸੇ ਨੇ ਕਦੀ ਨਹੀਂ ਸੀ ਕੀਤੀ। ਡਾਕਟਰ ਸੁਰਿੰਦਰ ਸਿੰਘ ਕੋਹਲੀ ਨੇ ਇਹਨਾਂ ਵਾਰਾਂ ਦੇ ਰੂਪਕ ਪੱਖ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਦੱਸੀਆਂ ਹਨ। ਪਹਿਲੀ ਹੈ, ਵਾਰ ਦੀਆਂ ਪੌੜੀਆਂ ਵਿੱਚ ਆਮ ਕਰਕੇ 5 ਤੁਕਾਂ ਹਨ। ਉਪਮਾ ਅਤੇ ਰੂਪਕ ਅਲੰਕਾਰ ਆਮ ਵਰਤੇ ਗਏ ਹਨ। ਪੌੜੀ ਵਿੱਚ ਨਿਸ਼ਾਨੀ ਛੰਦ ਦੀ ਵਰਤੋਂ ਕੀਤੀ ਗਈ ਹੈ। ਅੰਤ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਇਸ ਕਾਲ ਦੀ ਜਿਹੜੀ ਬੀਰਸੀ ਕਵਿਤਾ ਹੈ ਉਹ ਪ੍ਰਮੁੱਖ ਰੂਪ ਵਿੱਚ ਲੋਕ ਸਾਹਿਤ ਵਿੱਚ ਲਿਖਿਆ ਜਾਣਾ ਹੀ ਉਸ ਦੀ ਖਾਸੀਅਤ ਹੈ। ਲੋਕ ਸਾਹਿਤ ਰਚਨਾ ਕਦੋਂ ਕਹੀ ਜਾਂਦੀ ਹੈ? ਜਦੋਂ ਉਸ ਦੇ ਲਿਖਾਰੀ ਬਾਰੇ ਕੁਝ ਪਤਾ ਨਹੀਂ ਹੁੰਦਾ। ਇਹ ਜਿੰਨੀਆਂ ਵੀ ਵਾਰਾਂ ਨੇ ਇਹ ਲਿਖਤੀ ਰੂਪ ਵਿੱਚ ਪ੍ਰਾਪਤ ਨਹੀਂ ਹਨ। ਇਹ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਂ ਅੱਗੇ ਢਾਡੀਆਂ ਦੁਆਰਾ, ਮਰਾਸੀਆਂ ਦੁਆਰਾ, ਭੱਟਾਂ ਦੁਆਰਾ ਗਾਈਆਂ ਗਈਆਂ ਹਨ ਅਤੇ ਮੌਖਿਕ ਰੂਪ ਵਿੱਚ ਹੀ ਸਾਡੇ ਤੱਕ ਪਹੁੰਚੀਆਂ ਹਨ। ਇਸ ਕਰਕੇ ਇਹਨਾਂ ਨੂੰ ਲੋਕ ਸਾਹਿਤ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ਅਤੇ ਲੋਕ ਵਾਰਾਂ ਕਿਹਾ ਜਾਂਦਾ ਹੈ। ਕਿਸੇ ਦੇ ਵੀ ਲੇਖਕ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਨਿਸ਼ਚਿਤ ਤੌਰ 'ਤੇ ਆਪਾਂ ਕਹਿ ਸਕਦੇ ਹਾਂ ਕਿ ਵੀਰਸੀ ਕਵਿਤਾ ਨੇ ਪੂਰਵ ਨਾਨਕ ਕਾਲ ਦੀ ਦਾਰਸ਼ਨਿਕ ਕਵਿਤਾ ਨੂੰ ਇੱਕ ਅਜਿਹਾ ਵਿਲੱਖਣ ਰੰਗ ਦਿੱਤਾ ਹੈ ਜਿਸ ਨਾਲ ਇਸ ਕਾਲ ਦੀ ਕਵਿਤਾ ਅਮੀਰ ਹੋਈ।